ਵੈਕਸੀਨੇਸ਼ਨ ਲਈ ਖੱਜਲ ਖੁਆਰ ਹੋ ਰਹੇ ਲੋਕ ਤੇ ਕੈਮਰੇ 'ਚ ਕੈਦ ਹੋਈਆਂ ਲਾਪਰਵਾਹੀ ਦੀਆਂ ਕੁਝ ਤਸਵੀਰਾਂ। ਸਤਿ ਸ੍ਰੀ ਅਕਾਲ, ਵੈਲੋਸਿਟੀ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਰੋਨਾ ਵੈਕਸੀਨੇਸ਼ਨ ਦੀ। ਜੀ ਹਾਂ, ਸਭ ਨੂੰ ਪਤਾ ਹੈ ਕਿ ਕਰੋਨਾ ਵੈਕਸੀਨੇਸ਼ਨ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ। ਪੰਜਾਬ ਦੇ ਵਿੱਚ 18 ਤੋਂ 44 ਸਾਲ ਦੇ ਲੋਕਾਂ ਦੇ ਲਈ ਵੀ ਜਿਹੜੀ ਵੈਕਸੀਨੇਸ਼ਨ ਸਟਾਰਟ ਕਰ ਦਿੱਤੀ ਗਈ ਹੈ, ਜਿਨ੍ਹਾਂ ਨੂੰ ਕੁਝ ਹੈਲਥ ਇਸ਼ੂਜ਼ ਹੈਗੇ ਆ ਜਾਂ ਕੋਈ ਫਰੰਟ ਲਾਈਨ ਵਰਕਰਸ ਦੀ ਫੈਮਲੀਜ਼ ਆ ਉਹਨਾਂ ਲਈ, ਤੇ ਜਾਂ ਫਿਰ ਜਿਹੜੇ ਹੈਲਥ ਕੇਅਰ ਵਰਕਰਸ ਹੈ ਉਹਨਾਂ ਦੀਆਂ ਫੈਮਲੀਜ਼ ਲਈ। ਇਹਨੂੰ ਵੀ ਨਹੀਂ ਨਕਾਰਿਆ ਜਾ ਸਕਦਾ ਕਿ ਵੈਕਸੀਨੇਸ਼ਨ ਦੀ ਜਿਹੜੀ ਹੈਗੀ ਹੈ ਸ਼ਾਰਟੇਜ ਬਹੁਤ ਜ਼ਿਆਦਾ ਚੱਲ ਰਹੀ ਹੈ ਤੇ ਨਵੀਂ ਜਿਹੜੀ ਵੈਕਸੀਨੇਸ਼ਨ ਸਟਾਰਟ ਤਾਂ ਹੋ ਗਈ ਹੈ, ਪਰ ਕੁਝ ਲੋਕ ਐਜੇ ਹੈ ਜਿਨ੍ਹਾਂ ਦੀ ਕਿ ਹਲੇ ਸੈਕਿੰਡ ਡੋਜ਼ ਜਿਹੜੀ ਹੈ ਉਹ ਡਿਊ ਸੀਗੀ ਪਰ ਉਹਨਾਂ ਨੂੰ ਮਿਲ ਨਹੀਂ ਪਾਈ, ਤੇ ਜਿਸ ਕਰਕੇ ਉਹ ਥਾਂ ਤੇ ਜਿਹੜੇ ਅਲੱਗ-ਅਲੱਗ ਹਸਪੀਟਲਸ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਵਿੱਚ ਧੱਕੇ ਖਾ ਰਹੇ ਨੇ। ਤੁਸੀਂ ਕੋਵਿਡ ਦੀ ਵੈਕਸੀਨੇਸ਼ਨ ਲੈ ਰਹੇ ਹੋ? ਹਾਂਜੀ, ਐਕਚੁਅਲੀ ਮੇਰਾ ਫਸਟ ਨਹੀਂ, ਮੇਰੀ ਸੈਕਿੰਡ ਵੈਕਸੀਨੇਸ਼ਨ ਸੀ 20 ਨੂੰ, ਪਰ ਮੇਰਾ ਤੀਸਰਾ ਚੱਕਰ ਹੋ ਗਿਆ ਕਿ ਮੈਨੂੰ ਕੋਵਿਡ ਵੈਕਸੀਨੇਸ਼ਨ ਨਹੀਂ ਮਿਲ ਰਹੀ। ਕਹਿੰਦੇ ਕੁਛ ਸਟਾਕ ਨਹੀਂ ਆ ਰਿਹਾ, ਅਗਰ ਸਟਾਕ ਨਹੀਂ ਆ ਰਿਹਾ ਤਾਂ ਮੇਰੀ ਫਸਟ ਵੈਕਸੀਨੇਸ਼ਨ ਵੇਸਟ ਹੋ ਜਾਏਗੀ। ਨਹੀਂ, ਅਗਰ ਕੋਈ ਗੱਲ ਤਾਂ 28 ਤੋਂ 40 ਡੇਜ਼ ਦੇ ਵਿੱਚ 42 ਡੇਜ਼ ਦੇ ਵਿੱਚ ਲੈ ਲੈਂਦੇ ਆ, ਪਰ ਇਹਨਾਂ ਨੇ ਹੁਣ ਇਦਾਂ ਦੇ ਮਾਮਲੇ ਸਾਨੂੰ ਦੇਖਣ ਨੂੰ ਮਿਲੇ। ਫੋਰਟਿਸ ਹਸਪੀਟਲ ਦੇ ਵਿੱਚ ਕੋਵਿਸ਼ੀਲਡ ਦੀ ਸੈਕਿੰਡ ਵੈਕਸੀਨੇਸ਼ਨ ਦੀ ਡੋਜ਼ ਜਿਹੜੀ ਹੈ ਖਤਮ ਹੋ ਚੁੱਕੀ ਹੈ ਕਾਫੀ ਦੇਰ ਤੋਂ। ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਕੋਲ ਆਈ ਵੀ ਨਹੀਂ, ਤੇ ਜਿਹੜੇ ਲੋਕਾਂ ਨੇ ਉੱਥੋਂ ਫਸਟ ਆਪਣੇ ਆਪ ਨੂੰ ਪਹਿਲੀ ਡੋਜ਼ ਵੈਕਸੀਨੇਸ਼ਨ ਦੀ ਲਈ ਸੀ, ਆਪਣੇ ਆਪ ਨੂੰ ਵੈਕਸੀਨੇਟ ਕਰਵਾਇਆ ਸੀ, ਉਹ ਲੋਕ ਜਿਹੜੇ ਆ ਅਲੱਗ-ਅਲੱਗ ਹਸਪੀਟਲਸ ਦੇ ਵਿੱਚ ਜਿਹੜੇ ਆ ਵਿਜ਼ਿਟ ਕਰ ਰਹੇ ਆ ਤੇ ਆਪਣੀ ਵੈਕਸੀਨੇਸ਼ਨ ਕਰਵਾਉਣਾ ਚਾਹੁੰਦੇ ਆ, ਸੈਕਿੰਡ ਡੋਜ਼ ਵੈਕਸੀਨੇਸ਼ਨ ਦੀ ਲੈਣਾ ਚਾਹੁੰਦੇ, ਪਰ ਉਹਨਾਂ ਨੂੰ ਕਿਤੇ ਅਵੇਲੇਬਿਲਿਟੀ ਨਹੀਂ ਹੁੰਦੀ। ਹਾਲਾਂਕਿ ਕੱਲ੍ਹ ਹੀ ਪੰਜਾਬ ਸਰਕਾਰ ਵੱਲੋਂ ਐਲਾਨਿਆ ਗਿਆ, ਕੱਲ੍ਹ ਹੀ ਸੈਂਟਰ ਵੱਲੋਂ ਐਲਾਨਿਆ ਗਿਆ ਕਿ ਜਿਹੜੀ ਕੋਵਿਸ਼ੀਲਡ ਵੈਕਸੀਨੇਸ਼ਨ ਦਾ ਟਾਈਮ ਗੈਪ ਜਿਹੜਾ ਹੋਏਗਾ ਫਸਟ ਤੇ ਸੈਕਿੰਡ ਡੋਜ਼ ਦੇ ਵਿੱਚੋਂ 84 ਡੇਜ਼ ਤੋਂ ਲੈ ਕੇ 112 ਦਿਨਾਂ ਦੇ ਵਿੱਚ ਹੋਏਗਾ। ਅੱਜ ਮੇਰਾ ਤੀਸਰੀ ਵਾਰ ਮੈਂ ਇੱਥੇ ਆ ਚੁੱਕੀ ਹਾਂ। ਮੈਨੂੰ ਅੱਜ ਫਿਰ ਇਹ ਕਹਿ ਦਿੱਤਾ ਗਿਆ ਕਿ ਪਿੱਛੋਂ ਮੈਡੀਸਿਨ ਨਹੀਂ ਆਈ ਹੈਗੀ, ਤੁਸੀਂ ਫਿਰ ਪਤਾ ਕਰਿਓ, ਬਟ ਕਦੋਂ ਤੱਕ ਆਏਗੀ ਕੁਝ ਨਹੀਂ ਦੱਸ ਰਹੇ ਹੈਗੇ। ਤੇ ਤੁਸੀਂ ਕਿਸੇ ਹੋਰ ਹਸਪੀਟਲ ਦੇ ਵਿੱਚ ਹੋਰ ਹਸਪੀਟਲ 'ਚ ਮੈਂ ਟਰਾਈ ਕੀਤਾ, ਉਹ ਕਹਿੰਦੇ ਤੁਸੀਂ ਫਸਟ ਵੈਕਸੀਨੇਸ਼ਨ ਲਈ ਤੁਸੀਂ ਉੱਥੇ ਹੀ ਰਹੋ। ਮੈਂ ਅਕਾਈ 'ਚ ਵੀ ਗਈ ਸੀ, ਦੂਸਰੇ ਦੋ ਹਸਪੀਟਲ 'ਚ ਵੀ ਗਈ ਹਾਂ, ਉਹ ਕਹਿੰਦੇ ਤੁਸੀਂ ਫਸਟ ਵੈਕਸੀਨੇਸ਼ਨ ਲਈ ਤੁਸੀਂ ਉੱਥੇ ਜਾ ਕੇ ਰਹੋ ਸੈਕਿੰਡ ਵੈਕਸੀਨੇਸ਼ਨ। ਹੁਣ ਸੈਕਿੰਡ ਵੈਕਸੀਨੇਸ਼ਨ ਇੱਥੇ ਮਿਲ ਨਹੀਂ ਰਹੀ ਤੇ ਮੈਂ ਹੁਣ ਕੀ ਕਰਾਂ, ਮੈਨੂੰ ਖੁਦ ਨਹੀਂ ਸਮਝ ਆ ਰਹੀ। ਤੇ ਜਿਹੜੇ ਲੋਕਾਂ ਨੂੰ ਸੈਕਿੰਡ ਡੋਜ਼ ਵੈਕਸੀਨੇਸ਼ਨ ਦੀ ਨਹੀਂ ਮਿਲ ਰਹੀ, ਉਹਨਾਂ ਨੇ ਸਹਾਰਾ ਲਿਆ ਕੋਵਿਨ ਐਪ ਦਾ। ਜੀ ਹਾਂ, ਕੋਵਿਨ ਐਪ ਜੋ ਕਿ ਇੱਕ ਜਿਹੜਾ ਇੰਡੀਅਨ ਗਵਰਨਮੈਂਟ ਦੇ ਵੱਲੋਂ ਕੋਵਿਨ ਐਪ ਤੇ ਕੋਵਿਨ ਵੈਬਸਾਈਟ ਜਿਹੜੀ ਲਾਂਚ ਕੀਤੀ ਗਈ ਹੈ, ਜਿਸ ਦੇ ਵਿੱਚ ਜਾ ਕੇ ਕਿ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ ਤੇ ਆਪਣੀ ਅਪਾਇੰਟਮੈਂਟ ਲੈ ਸਕਦੇ ਹੈ। ਤੇ ਕਈ ਲੋਕਾਂ ਨੇ ਇਦਾਂ ਹੀ ਕੀਤਾ, ਕੋਵਿਨ ਵੈਬਸਾਈਟ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕੀਤਾ, ਉਹਨਾਂ ਨੂੰ ਅਪਾਇੰਟਮੈਂਟਸ ਮਿਲੀਆਂ, ਉਹਨਾਂ ਨੂੰ ਸਲੋਟਸ ਮਿਲੇ, ਟਾਈਮ ਸਲੋਟਸ ਮਿਲੇ, ਤੇ ਉਹ ਆਪਣੇ ਅਪਾਇੰਟਮੈਂਟਸ ਦੇ ਅਕੋਰਡਿੰਗਲੀ ਪਹੁੰਚ ਗਏ ਆਪਣੇ ਵੈਕਸੀਨੇਸ਼ਨ ਸੈਂਟਰ ਦੇ ਵਿੱਚ। ਲੋਕਾਂ ਨੂੰ ਇੱਕ ਸੈਂਟਰ ਅਲੋਟ ਹੋਇਆ ਜੰਡਿਆਲੀ ਪਿੰਡ ਦੇ ਵਿੱਚ। ਜੀ ਹਾਂ, ਜੰਡਿਆਲੀ ਪਿੰਡ ਜੋ ਕਿ ਲੁਧਿਆਣੇ ਦੇ ਵਿੱਚ ਹੈ, ਤੇ ਉੱਥੇ ਕਈ ਲੋਕਾਂ ਨੂੰ ਜਿਹੜਾ ਟਾਈਮ ਦਿੱਤਾ ਗਿਆ, ਅਪਾਇੰਟਮੈਂਟ ਦਿੱਤੀ ਗਈ। ਉੱਥੇ ਕੋਵਿਸ਼ੀਲਡ ਦੀ ਸੈਕਿੰਡ ਡੋਜ਼ ਵੀ ਅਵੇਲੇਬਲ ਸੀ ਤੇ ਲੋਕਾਂ ਨੂੰ ਉੱਥੋਂ ਦਾ ਸਲੋਟ ਤੇ ਅਪਾਇੰਟਮੈਂਟ ਦਾ ਟਾਈਮਿੰਗ ਦੇ ਦਿੱਤਾ ਗਿਆ। ਦਿਨ ਐਤਵਾਰ ਦਾ ਸੀ ਤੇ ਸਭ ਲੋਕ ਆਪਣੀ ਆਪਣੀ ਟਰਨ ਦੇ ਅਕੋਰਡਿੰਗਲੀ ਉਸ ਡਿਸਪੈਂਸਰੀ ਤੇ ਪਹੁੰਚੇ ਤੇ ਉੱਥੇ ਜਾ ਕੇ ਨਜ਼ਾਰਾ ਕੁਝ ਵੱਖਰਾ ਹੀ ਸੀ। ਇੱਥੇ ਸਾਨੂੰ ਖੜਿਆਂ ਨੂੰ ਅਪਰੋਕਸੀਮੇਟਲੀ ਜਿਹੜਾ ਹੈਗਾ ਹਾਫ ਐਨ ਆਵਰ ਹੋ ਗਿਆ, ਇੱਥੇ ਕੋਈ ਨਹੀਂ ਹੈਗਾ, ਇੱਥੇ ਕੋਈ ਨਹੀਂ ਹੈਗਾ। ਆਪਾਂ ਦੇਖ ਸਕਦੇ ਹਾਂ ਇੱਥੇ ਅਜੇ ਕਈ ਲੋਕਾਂ ਨੂੰ ਕੋਵਿਨ ਜਿਹੜੀ ਵੈਬਸਾਈਟ ਹੈ ਉਹਦੇ ਥਰੂ ਜਿਹੜੇ ਵੈਕਸੀਨੇਸ਼ਨ ਦੀ ਇੱਥੇ ਟਾਈਮਿੰਗ ਮਿਲਿਆ ਸੀਗਾ, ਤੇ ਲੋਕ ਇੱਥੇ ਵੈਕਸੀਨੇਸ਼ਨ ਲਈ ਜਿਹੜੇ ਹੈਗੇ ਆ ਸਵੇਰ ਦੇ ਹੀ ਖੜੇ ਆ ਕੇ 10 ਵਜੇ ਦੇ ਖੜੇ ਆ। ਬਟ ਇੱਥੇ ਦੇਖਿਆ ਜਾਵੇ ਆਫਿਸ ਬਿਲਕੁਲ ਖਾਲੀ ਪਿਆ, ਪੱਖੇ ਚੱਲ ਰਹੇ ਆ। ਜਿੱਥੇ ਇੱਕ ਪਾਸੇ ਕਿਹਾ ਜਾਂਦਾ ਕਿ ਇਲੈਕਟ੍ਰਿਸਿਟੀ ਦਾ ਸੰਕਟ ਹੈਗਾ, ਜਿੱਥੇ ਇੱਕ ਪਾਸੇ ਕਿਹਾ ਜਾਂਦਾ ਕਿ ਹਾਂ ਬਿਜਲੀ ਜਿਹੜੇ ਅਸੀਂ ਕੱਟ ਕੇ ਜਿਹੜਾ ਹਸਪੀਟਲਸ ਨੂੰ ਦੇਣੀ ਆ, ਵੈਂਟੀਲੇਟਰਸ ਲਈ ਚਾਹੀਦੀ ਹੈ। ਪਰ ਦੇਖੋ ਇਹ ਹੈਗਾ ਵਾ, ਇਹ ਇੱਕ ਗਵਰਨਮੈਂਟ ਡਿਸਪੈਂਸਰੀ ਦਾ ਹਾਲ ਹੈ। ਡੋਗੀ ਅੰਦਰ ਬੈਠਾ, ਸਮਾਨ ਇੱਦਾਂ ਹੀ ਪਿਆ ਵਾ, ਪੱਖਾ ਸਵੇਰੇ 10 ਵਜੇ ਦਾ ਹੀ ਚੱਲ ਰਿਹਾ ਵਾ। ਔਰ ਇੱਥੇ ਜਿਹੜੇ ਲੋਕ ਵੈਕਸੀਨੇਸ਼ਨ ਲਈ ਆਏ ਹੋਏ ਆ ਉਹਨਾਂ ਨੇ ਡਾਕਟਰ ਨੂੰ ਫੋਨ ਵੀ ਕੀਤਾ ਵਾ ਕਿ ਅਸੀਂ ਇੱਥੇ ਵੈਕਸੀਨੇਸ਼ਨ ਲਈ ਖੜੇ ਆ, ਤੇ ਇਹ ਕਿਹਾ ਗਿਆ ਕਿ ਥੋੜ੍ਹੀ ਦੇਰ 'ਚ ਅਸੀਂ ਆਉਂਦੇ ਹਾਂ। ਪਰ ਜੇ ਤੁਸੀਂ ਦੇਖ ਸਕੋ ਇਹ ਬਿਲਕੁਲ ਕਲੀਅਰਲੀ ਹੈਲਥ ਐਂਡ ਵੈਲਨੈਸ ਸੈਂਟਰ ਜੰਡਿਆਲੀ ਲੁਧਿਆਣੇ ਦਾ, ਇਹ ਤੁਹਾਨੂੰ ਅਸੀਂ ਦਿਖਾ ਰਹੇ ਆ। 10 ਵਜੇ ਤੱਕ ਖੜੇ ਆ ਜੀ। ਅਪਾਇੰਟਮੈਂਟ ਲਈ ਸੀ ਪਹਿਲਾਂ? ਅਪਾਇੰਟਮੈਂਟ ਲਈ ਹੋਈ ਸੀ, 10 ਤੋਂ 12 ਦਾ ਟਾਈਮ ਸੀ। ਓਕੇ, ਤੇ ਸਵੇਰ ਦੇ ਤੇ ਡਾਕਟਰ ਨਹੀਂ ਆਏ? ਨਹੀਂ ਆਏ।
ਤੇ ਕਿਸੇ ਨੂੰ ਪੁੱਛਿਆ ਕਿ ਇੱਥੇ ਡਾਕਟਰ ਨੇ ਆਉਣਾ ਕਿ ਨਹੀਂ ਆਉਣਾ? ਪੁੱਛਿਆ ਸੀ, ਕਹਿੰਦੇ ਸੈਟਰਡੇ ਤੱਕ ਲਗਾਤਾਰ ਆਉਂਦੇ ਆ, ਪਰ ਸੰਡੇ ਦਾ ਕੋਈ ਫਾਈਨਲ ਟੱਚ ਨਹੀਂ ਹੁੰਦਾ ਕਿੰਨੇ ਵਜੇ ਆਉਂਦੇ ਆ। ਪਰ ਨੰਬਰ ਲਿਆ ਸੀ, ਨੰਬਰ ਲੈ ਕੇ ਉਹਨਾਂ ਨੂੰ ਫੋਨ ਕੀਤਾ ਸੀ, ਕਹਿੰਦੇ 10-15 ਮਿੰਟ ਤੱਕ ਆ ਰਹੇ ਆ, ਪਰ ਅਜੇ ਤੱਕ ਕੋਈ ਵੀ ਨਹੀਂ ਆਇਆ। और तुसी भी जड़ी अपॉइंटमेंट लेके आए हो? हाँ जी हाँ जी। और क्या लग रहा है अब यहाँ पे कोई फायदा है आने का कि नहीं? वो तो 10 बजे से बुलाया, 10 बजे से तो आया हूँ। कहाँ से आए हो आप? मैं मंडी आ रहा हूँ ना बस। मंडिया से। ठीक। और मैम आपको तो मैंने फोर्टिस हॉस्पिटल में भी देखा था एक दिन। एक्चुअली मैंने फर्स्ट डोज फोर्टिस हॉस्पिटल से लिया, लेकिन सेकंड नहीं मुझे मिल रही, और मैं सेकंड डोज के लिए हर हॉस्पिटल जाके आ चुकी हूँ। आज यहाँ पर आई हूँ, लेकिन आज यहाँ पर भी मेरे को कोई डॉक्टर नहीं मिला। अब तक मैं सिर्फ वेटिंग में हूँ। अब देखते हैं और मिलती भी है या अपॉइंटमेंट नहीं। लेके आए थे? अपॉइंटमेंट मेरी ली हुई है, तो अब भी मैं वेटिंग में खड़ी हूँ। देखते हैं मिलती है या वापस जाते हैं। और यहाँ पे आपको लगा कि कोई और बंदा आया है डॉक्टर के अलावा, कि ऐसे ही सुबह से फैंस वगैरह ऑन है सब? मैं जब तो आई हूँ तब तो फैन वगैरह इन्हीं ऑन है, बस ऐसे कुछ लोग आए हैं, बस ਇੱਥੇ ਹੀ ਖੜੇ हैं। ਤੇ ਇੱਦਾਂ ਸਭ ਕੁਝ ਅੰਦਰ ਡੌਗੀ ਬੈਠਾ ਇੱਕ, ਤੇ ਹੋਰ ਕੋਈ ਨਹੀਂ ਹੈਗਾ। ਜੋ ਕੋਈ ਮਰਜ਼ੀ ਨਹੀਂ ਜਾ ਕੇ, ਇੱਥੇ ਕੋਈ ਵਾਚਮੈਨ ਨਹੀਂ ਹੈ, ਕੋਈ ਗੇਟ ਕੀਪਰ ਨਹੀਂ ਹੈ। ਅੰਦਰ ਜਿਹੜਾ ਮਰਜ਼ੀ ਜਿਵੇਂ ਮਰਜ਼ੀ ਜਾ ਕੇ ਆਏ। ਮੈਂ ਸਾਰਾ ਘੁੰਮੇ ਆਈ ਹਾਂ ਅੰਦਰ ਜਾ ਕੇ, ਮੈਨੂੰ ਕਿਸੇ ਨੇ ਕੋਈ ਰੋਕਿਆ ਹੈ। ਚੱਲ ਰਿਹਾ ਸੀ ਰੂਮ ਦਾ, ਮੈਡੀਸਿਨਸ ਕੁਝ ਟੈਬਲੇਟਸ ਜਿਹੜੀਆਂ ਟੇਬਲ ਤੇ ਪਈਆਂ ਸੀ, ਤੇ ਨਾਲ ਹੀ ਨਾਲ ਜਿਹੜੀ ਅਲਮੀਰਾ ਸੀਗੀ ਉਹ ਖੁੱਲੀ ਸੀਗੀ। ਕਾਫੀ ਟਾਈਮ ਲੋਕਾਂ ਨੇ ਜਿਹੜਾ ਉੱਥੇ ਇੰਤਜ਼ਾਰ ਕੀਤਾ। ਜਦੋਂ 12 ਵਜੇ ਤੇ ਲੋਕਾਂ ਨੇ ਆਸ ਪੜੋਸ ਤੋਂ ਉੱਥੋਂ ਦਾ ਨੰਬਰ ਲੈ ਕੇ, ਡਾਕਟਰਸ ਦਾ ਉੱਥੋਂ ਦਾ ਨੰਬਰ ਲੈ ਕੇ ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਡਾਕਟਰ ਆਉਣਗੇ ਕਿ ਨਹੀਂ ਆਉਣਗੇ। ਪਰ ਰੂਮ ਖੁੱਲਾ ਸੀ, ਪੱਖੇ ਚੱਲ ਰਹੇ ਸੀ, ਤੇ ਇਸ ਤਰ੍ਹਾਂ ਦੀ ਲਾਪਰਵਾਹੀ ਜਿਹੜੀ ਆ ਟੈਬਲੇਟਸ ਉੱਪਰ ਪਈਆਂ ਨੇ। ਕੋਈ ਵੀ ਬੱਚਾ ਆ ਕੇ ਜਿਹੜੀਆਂ ਟੈਬਲੇਟਸ ਖਾ ਸਕਦਾ ਵਾ, ਕੋਈ ਵੀ ਟੈਬਲੇਟਸ ਚੱਕ ਕੇ ਲੈ ਕੇ ਜਾ ਸਕਦਾ। ਤੇ ਜਿਹੜੀ ਅਲਮਾਰੀ ਆ, ਅਲਮਾਰੀ ਦੇ ਵਿੱਚ ਜਿਹੜੀਆਂ ਰਿਪੋਰਟਸ ਪਈਆਂ ਹੋ ਸਕਦੀਆਂ ਨੇ, ਜਾਂ ਕੋਈ ਡਾਕੂਮੈਂਟਸ ਹੈਗੇ ਤਾਂ ਗਵਰਨਮੈਂਟ ਦੇ ਡਾਕੂਮੈਂਟਸ ਹੈ, ਤੇ ਕੋਈ ਵੀ ਚੱਕ ਕੇ ਵੀ ਲੈ ਕੇ ਜਾ ਸਕਦਾ, ਕੋਈ ਸ਼ਰਾਰਤ ਵੀ ਕਰ ਸਕਦਾ ਵਾ। ਤੇ ਕਈ ਲੋਕਾਂ ਨੇ ਡਾਕਟਰ ਦੇ ਘਰ ਜਾ ਕੇ ਉਹਨਾਂ ਨੂੰ ਬੁਲਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਇਸ ਤੋਂ ਪਹਿਲਾਂ ਕਿ ਉਹ ਘਰ ਜਾਂਦੇ 1 ਵਜੇ ਉੱਥੇ ਡਾਕਟਰ ਕੰਸਰਨ ਪਰਸਨ ਉੱਥੇ ਪਹੁੰਚ ਗਏ। ਤੇ ਫਿਰ ਸੁਣੋ ਉਹਨਾਂ ਦਾ ਕੀ ਕਹਿਣਾ। तो डॉक्टर सुन पहुंचे ड्यूटी पे, तो देख रहे होते हैं। हाँ ਵੈਕਸੀਨ ਪਤਾ ਕੀ ਕਰਨਾ ਤੇ ਇਹ ਨਾ ਸ਼ੋ ਹੋ ਰਹੀ ਆ ਵੀ ਜੰਜਾਲੀ ਪਈ ਆ, ਪਹਾੜੇ ਪਈ ਆ, ਕਨੇਚ ਪਈ ਆ, ਹਨਾ। ਜਦੋਂ ਕਿ ਵੈਕਸੀਨ ਤਾਂ ਸਾਰੇ ਪੰਜਾਬ 'ਚ ਹੀ ਨਹੀਂ ਹੈਗੀ। ਇਹ ਹੈ ਤਾਂ ਨਹੀਂ, ਫਿਰ ਇਹਨਾਂ ਨੂੰ ਕਾਹਤੇ ਬੁਲਾਇਆ ਗਿਆ? ਇਹਨਾਂ ਨੂੰ ਬੁਲਾਈ ਦੀ ਆਈ ਨੇ, ਮੈਨੂੰ ਬੁਲਾਈ ਤੇ ਆਈ ਨਹੀਂ, ਆਨਲਾਈਨ ਅਪਾਇੰਟਮੈਂਟ ਇੱਕ ਆਨਲਾਈਨ ਤੇ ਸਰਕਾਰ ਦੇ ਕਿੱਥੇ ਕੰਮ ਅਸਤਾਂ ਦੇ ਟੈਸਟ ਕਰਕੇ ਆਏ ਜਿਹੜੇ ਆਪਣੇ ਤੇ ਤਾਂ ਹੈਗੀ appointment। ਨਾ ਜਿਹੜਾ ਵੀ ਕੰਟੇਨਮੈਂਟ ਜ਼ੋਨ ਸੀਗਾ ਉੱਥੇ ਟੈਸਟ ਕਰਕੇ ਆਏ ਸਾਰਿਆਂ ਦੇ। ਅੱਜ ਵੈਕਸੀਨੇਸ਼ਨ ਹੋਏਗੀ। ਇੱਥੇ ਵੈਕਸੀਨ ਨਹੀਂ ਹੈ ਜੀ। ਇਹ ਕਹਿੰਦੇ ਹੈ ਨਹੀਂ ਜੀ। ਸਾਹਮਣੇ ਵਾਲਾ ਲੱਗ ਰਹੀ ਹੈ 18 ਤੋਂ 44 ਸਾਲ ਵਾਲਿਆਂ ਦੀ। ਤੇ ਜਿਨ੍ਹਾਂ ਦੀ ਸੈਕਿੰਡ ਡੋਜ਼ ਹੈਗੀ ਹੈ ਕੋਵਿਸ਼ੀਲਡ ਦੀ, ਉਹ ਲੱਗ ਰਹੀ ਹੈ। ਪਛਾਣ ਹੋ ਰਹੇ ਹੈਗੇ ਇੱਥੇ। ਕਹਿੰਦੇ ਅਸੀਂ ਕੋਵਿਨ ਜਿਹੜੇ ਉੱਥੇ ਵੈਬਸਾਈਟ ਦੇ ਉੱਪਰ ਜਾ ਕੇ ਅਸੀਂ ਆਪਣੇ ਆਪ ਨੂੰ ਰਜਿਸਟਰ ਕਰਕੇ ਆਏ ਆ। ਉੱਥੇ ਸ਼ੋ ਹੋ ਰਹੀ ਸੀ ਕਿ ਅੱਜ ਇੱਥੇ ਵੈਕਸੀਨੇਸ਼ਨ ਹੋ ਰਹੀ ਹੈ, ਤੇ ਇਹਨਾਂ ਸਭ ਨੂੰ ਅਪਾਇੰਟਮੈਂਟ ਦਾ ਟਾਈਮ ਦਿੱਤਾ ਗਿਆ ਵਾ। ਇਹ ਤਾਂ ਸਰਕਾਰ ਨੇ ਪਤਾ ਸਾਨੂੰ ਕੁਝ ਨਹੀਂ ਪਤਾ। ਤੁਹਾਨੂੰ ਇਸ ਬਾਰੇ 'ਚ ਕੋਈ knowledge ਜੋ ਨਹੀਂ? ਸਾਡੀ ਡਿਊਟੀ ਦੇਖੋ, ਅੱਜ ਮੇਰੀ ਸੰਡੇ ਡਿਊਟੀ ਲਾਈ ਆ, ਮੈਂ ਆਪਦਾ ਟੈਸਟ ਕਰਕੇ ਆ ਗਈ। ਤੇ ਸੈਕੰਡਲੀ ਜਿਹੜੇ ਇੱਥੇ ਆਫਿਸ ਵਜੇ ਖੁੱਲੇ ਹੋਏ ਆ ਹੈ ਨਾ, ਫੈਨ ਵਗੈਰਾ ਚੱਲ ਰਿਹਾ, ਟੈਰਸ ਵਗੈਰਾ ਉੱਪਰ ਪਈਆਂ ਨੇ, ਲੋਕ ਉਹਨਾਂ ਨੂੰ ਛੇੜ ਰਹੇ ਆ ਤੇ ਉਹ ਆਪਣੀ ਰਿਸਪੌਂਸਿਬਿਲਿਟੀ। ਲੋਕ ਵਾਪਸ ਪਹੁੰਚੇ ਤੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਇੱਕੋ ਹੀ ਗੱਲ ਕਹੀ ਕਿ ਸਾਡੇ ਕੋਲ ਕੋਈ ਵੈਕਸੀਨੇਸ਼ਨ ਨਹੀਂ ਹੈ, ਪਤਾ ਨਹੀਂ ਗਵਰਨਮੈਂਟ ਦਾ ਕੀ ਕਰ ਰਹੀ ਹੈ। ਸਾਡੇ ਕੋਲ ਤਾਂ ਕੀ ਪੂਰੇ ਪੰਜਾਬ ਦੇ ਵਿੱਚ ਸੈਕਿੰਡ ਡੋਜ਼ ਤਾਂ ਕਿਤੇ ਵੀ ਨਹੀਂ ਹੈਗੀ ਕੋਵਿਸ਼ੀਲਡ ਦੀ। ਇਹ ਗੱਲ ਹਾਲਾਂਕਿ ਕਲੀਅਰ ਵੀ ਹੋ ਰਹੀ ਸੀ ਬਾਰ-ਬਾਰ, ਬਟ ਲੋਕਾਂ ਨੂੰ ਜਿਹੜਾ ਸਲੋਟ ਦੇ ਦਿੱਤਾ ਗਿਆ, ਅਪਾਇੰਟਮੈਂਟ ਦੇ ਦਿੱਤੀ ਗਈ, ਤੇ ਉੱਥੋਂ ਲੋਕਾਂ ਦੀ ਇੱਕ ਉਮੀਦ ਬਣ ਗਈ। ਵੈਕਸੀਨੇਸ਼ਨ ਇੱਕ ਉਮੀਦ ਦੀ ਕਿਰਨ, ਤੇ ਉਸ ਤੋਂ ਕੋਵਿਨ ਐਪ ਦੇ ਉੱਪਰ ਤੁਹਾਨੂੰ ਅਪਾਇੰਟਮੈਂਟ ਮਿਲ ਜਾਏ, ਤੁਹਾਨੂੰ ਟਾਈਮ ਮਿਲ ਜਾਏ, ਤੇ ਓਬਵੀਅਸਲੀ ਲੋਕਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੁੰਦੀ ਹੈ ਕਿ ਸਾਨੂੰ ਅੱਜ ਵੈਕਸੀਨੇਸ਼ਨ ਮਿਲ ਜਾਏਗੀ ਤੇ ਅਸੀਂ ਸੇਫ ਹੋ ਜਾਾਂਗੇ। ਪਰ ਇੱਥੇ ਸਭ ਉਲਟਾ ਹੀ ਹੋਇਆ। ਟੈਬਲੇਟਸ ਜਿਹੜੀਆਂ ਪਈਆਂ ਨੇ, ਲੋਕੀ ਉਹਨਾਂ ਨੂੰ ਛੇੜਖਾਨੀ ਕਰ ਰਹੇ ਸੀ। ਹਰ ਕੋਈ ਡਾਕਟਰ ਦੇ ਰੂਮ ਦੇ ਵਿੱਚ ਜਾ ਰਿਹਾ ਸੀ, ਕਿਸੇ ਨੂੰ ਨਹੀਂ ਪਤਾ ਸੀ ਡਾਕਟਰ ਨੇ ਆਉਣਾ ਵਾ ਕਿ ਨਹੀਂ ਆਉਣਾ। ਤੇ ਜਿਹੜੇ ਟੈਬਲੇਟਸ ਹੈ, ਕੋਈ ਵੀ ਟੈਬਲੇਟ ਹੈ, ਚਾਹੇ ਕੋਈ ਪੈਰਾਸੀਟਾਮੋਲ ਦੀ ਟੈਬਲੇਟ ਵੀ ਕਿਉਂ ਨਾ ਹੋਵੇ, ਕੋਈ ਟੈਬਲੇਟ ਸੋਲਟਸ ਹੈਗੇ ਸਾਰੇ, ਤੇ ਕੋਈ ਵੀ ਸੋਲਟ ਸੇਫ ਨਹੀਂ ਹੁੰਦਾ। ਕਿਸੇ ਨੂੰ ਕੋਈ ਵੀ ਐਲਰਜੀ ਕਰ ਸਕਦਾ। ਤੇ ਜੇ ਬਾਈ ਚਾਂਸ ਕੋਈ ਬੱਚਾ ਸ਼ਰਾਰਤ ਨਾਲ, ਜਾਂ ਵੈਸੇ ਹੀ ਕੋਈ ਟੈਬਲੇਟ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਕੀ ਖਾਣਾ ਕੀ ਪੀਣਾ, ਕਿ ਟੈਬਲੇਟ ਮੂੰਹ 'ਚ ਪਾ ਲਵੇ, ਉਹਨੂੰ ਕੋਈ ਪ੍ਰੋਬਲਮ ਹੋ ਜਾਏ, ਤੇ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ। ਤੇ ਇਸ ਦੇ ਨਾਲ ਹੀ ਜਿਹੜਾ ਪੱਖਾ ਚੱਲ ਰਿਹਾ ਵਾ, ਇਲੈਕਟ੍ਰਿਸਿਟੀ ਕੰਜ਼ੰਪਸ਼ਨ ਹੋ ਰਹੀ ਹੈ, ਇਹ ਜਿਹੜਾ ਹੈਗਾ ਥੋੜਾ ਧਿਆਨ ਦੇਣ ਲਾਇਕ ਗੱਲਾਂ ਹੈਗੀਆਂ ਨੇ। ਗੱਲ ਕੀਤੀ ਕਿ ਤੁਸੀਂ ਫੈਨਸ ਵਗੈਰਾ ਜਿਹੜਾ ਔਨ ਛੱਡ ਗਏ ਹੈ,
ਜਾਂ ਤੁਹਾਡੇ ਟੈਬਲੇਟਸ ਉੱਥੇ ਪਈਆਂ ਨੇ ਤੇ ਉਹਨਾਂ ਦਾ ਸਿੰਪਲ ਇੱਕ ਛੋਟਾ ਜਿਹਾ ਜਵਾਬ ਸੀ, ਅਸੀਂ ਭੁੱਲ ਗਏ ਪੱਖਾ ਬੰਦ ਕਰਨਾ, ਸਾਨੂੰ ਕਰੋਨਾ ਟੈਸਟ ਲਈ ਕਾਲ ਆ ਗਈ ਸੀਗੀ ਕਿ ਅਸੀਂ ਕਿਸੇ ਪਿੰਡ ਦੀ ਕਰੋਨਾ ਰਿਪੋਰਟਸ ਲੈਣ ਜਾਣਾ ਸੀ, ਕਿਸੇ ਪਿੰਡ ਦੇ ਵਿੱਚ ਅਸੀਂ ਕਰੋਨਾ ਦੇ ਟੈਸਟ ਕਰਨ ਜਾਣੇ ਸੀਗੇ ਤੇ ਇਸ ਕਰਕੇ ਅਸੀਂ ਸਮਾਨ ਉੱਥੇ ਛੱਡ ਕੇ ਉਵੇਂ ਹੀ ਨਿਕਲ ਗਏ। ਸਾਨੂੰ ਨਹੀਂ ਪਤਾ ਕਿ ਅੱਜ ਲੋਕਾਂ ਨੂੰ ਅਪਾਇੰਟਮੈਂਟਸ ਦਿੱਤੀਆਂ ਗਈਆਂ ਨੇ। ਹਾਲਾਂਕਿ ਪਿੰਡ ਦੇ ਕੁਝ ਲੋਕਾਂ ਵੱਲੋਂ ਡਾਕਟਰ ਨੂੰ ਥੋੜਾ ਜਿਹਾ ਗੁੱਸੇ ਨਾਲ ਕਿਹਾ ਵੀ ਗਿਆ ਕਿ ਜੇ ਵੈਕਸੀਨੇਸ਼ਨ ਨਹੀਂ ਮਿਲਣੀ ਸੀ ਇਹਨਾਂ ਲੋਕਾਂ ਨੂੰ ਪਰੇਸ਼ਾਨ ਕਿਉਂ ਕੀਤਾ, ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਕਿਉਂਕਿ ਕੋਈ ਇਨਫੋਰਮੇਸ਼ਨ ਨਹੀਂ ਹੈ, ਸਾਨੂੰ ਖੁਦ ਨੂੰ ਨਹੀਂ ਪਤਾ ਗਵਰਨਮੈਂਟ ਕੀ ਕਰ ਰਹੀ ਹੈ। ਤੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਵਿਚਾਰੇ ਉੱਥੇ ਖੜੇ ਰਹੇ, ਡਾਕਟਰਸ ਦੀ ਵੇਟ ਕਰਦੇ ਰਹੇ, ਪਰ ਜਦੋਂ ਆਏ ਤਾਂ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਸਾਨੇਵਾਲ ਹਸਪੀਟਲ ਦੇ ਵਿੱਚ, ਸਾਨੇਵਾਲ ਸਿਵਲ ਹਸਪੀਟਲ ਦੇ ਵਿੱਚ ਵੈਕਸੀਨੇਸ਼ਨ ਲੱਗ ਰਹੀ ਹੈ, ਤੁਸੀਂ ਉੱਥੇ ਚਲੇ ਜਾਓ। ਬਟ ਜਦੋਂ ਲੋਕ ਸਾਨੇਵਾਲ ਹਸਪੀਟਲ ਦੇ ਵਿੱਚ ਪਹੁੰਚੇ ਤੇ ਉੱਥੇ ਵੀ ਵੈਕਸੀਨੇਸ਼ਨ ਖਤਮ ਸੀ। ਤੇ ਐਵੇਂ ਦੀ ਜਿਹੜੀਆਂ ਲਾਪਰਵਾਹੀਆਂ ਨੇ, ਇਸ ਦਾ ਮਤਲਬ ਇਹ ਹੈ ਕਿ ਕੋਵਿਨ ਐਪ ਦੇ ਉੱਪਰ ਬਲੀਵ ਨਾ ਕੀਤਾ ਜਾਵੇ। ਕੋਵਿਨ ਐਪ ਦੇ ਉੱਪਰ ਜੇ ਤੁਹਾਨੂੰ ਅਪਾਇੰਟਮੈਂਟ ਮਿਲਦੀ ਹੈ, ਹਾਲਾਂਕਿ ਨੈਕਸਟ ਡੇ ਲੋਕਾਂ ਨੂੰ ਰਾਤ ਨੂੰ ਮੈਸੇਜ ਆਇਆ ਕਿ ਤੁਹਾਡੀ ਅਪਾਇੰਟਮੈਂਟ ਅੱਜ ਕੈਂਸਲ ਕਰ ਦਿੱਤੀ ਗਈ ਹੈ, ਇਸ ਲਈ ਅਸੀਂ ਰਿਗਰੈਟ ਕਰਦੇ ਹਾਂ। ਬਟ ਜਿਹੜੇ ਲੋਕ ਉੱਥੇ ਖੱਜਲ ਖਵਾਰ ਹੋਏ, ਇੰਨੇ ਘੰਟੇ ਖੜੇ, ਵਿੱਚ ਕੁਝ ਬਜ਼ੁਰਗ ਵੀ ਸੀਗੇ ਤੇ ਉਹਨਾਂ ਤੇ ਕੀ ਬੀਤੀ ਉਸ ਟਾਈਮਿੰਗ ਤੇ। ਇੱਕ ਪਾਸੇ ਕਰੋਨਾ ਕਾਲ ਚੱਲ ਰਿਹਾ, ਇੱਕ ਪਾਸੇ ਉਸ ਪਿੰਡ ਦੇ ਵਿੱਚ ਇੰਨੇ ਕੇਸਸ ਕਰੋਨਾ ਦੇ, ਤੇ ਉਸ ਤੋਂ ਬਾਅਦ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਨੂੰ ਵੈਕਸੀਨੇਸ਼ਨ ਲੱਗਣੀ ਹੈ ਕਿ ਨਹੀਂ ਲੱਗਣੀ, ਡਾਕਟਰ ਕਿੱਥੇ ਹੈ। ਤੇ ਨਾਲ ਇੱਕ ਉਮੀਦ ਸੀ ਵੀ ਹਾਂ ਫੈਨ ਚੱਲ ਰਿਹਾ ਵਾ, ਰੂਮ ਖੁੱਲਾ ਵਾ, ਦਵਾਈਆਂ ਟੇਬਲ ਤੇ ਪਈਆਂ ਨੇ, ਅਲਮੀਰਾ ਖੁੱਲੀ ਹੈ, ਇਸ ਗੱਲ ਤੋਂ ਇੱਕ ਗੱਲ ਤਾਂ ਜ਼ਾਹਿਰ ਸੀ ਕਿ ਡਾਕਟਰ ਜ਼ਰੂਰ ਆਏਗਾ ਇੱਥੇ। ਤੇ ਇਸ ਦੇ ਨਾਲ ਉੱਥੇ ਇੱਕ ਹੈਲਪਲਾਈਨ ਨੰਬਰ ਦਿੱਤਾ ਗਿਆ ਸੀ, ਉੱਥੇ ਇੱਕ ਬੰਦੇ ਦਾ, ਕੰਸਰਨ ਪਰਸਨ ਦਾ ਨੰਬਰ ਦਿੱਤਾ ਗਿਆ ਸੀ ਕਿ ਜੇ ਕੋਈ ਤੁਹਾਨੂੰ ਗੱਲ ਹੈਗੀ ਹੈ, ਕੋਈ ਪ੍ਰੋਬਲਮ ਹੈਗੀ ਹੈ, ਤੁਸੀਂ ਇੱਥੇ ਕਾਲ ਕਰੋ। ਤੇ ਅਸੀਂ ਉਹਨਾਂ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਨੰਬਰ ਵੀ ਅਨਰੀਚੇਬਲ ਸੀ। The number you're calling is temporarily out of service. Please try later. आप जिस नंबर पर कॉल कर रहे हैं वो अस्थायी रूप से सेवा में नहीं है। ਡਾਕਟਰ ਕਰਮਜੀਤ ਸਿੰਘ ਜੀ ਦਾ ਨੰਬਰ ਦਿੱਤਾ ਹੋਇਆ ਤੇ ਅਸੀਂ ਉਹਨਾਂ ਨੂੰ ਟਰਾਈ ਕਰ ਰਹੇ ਹਾਂ, ਬਟ ਜਿਹੜਾ ਹੈਗਾ ਬੰਦ ਆ ਰਿਹਾ ਵਾ। ਇੱਥੇ ਇਹ ਕਹਿਣਾ ਬਿਲਕੁਲ ਗਲਤ ਨਹੀਂ ਹੋਏਗਾ ਕਿ ਕਿਸੇ ਨੇ ਸੱਚ ਹੀ ਕਿਹਾ ਕਿ ਜਿਹੜੀ ਚੀਜ਼ ਕਿਸੇ ਨੂੰ ਆਸਾਨੀ ਨਾਲ ਮਿਲ ਜੇ ਤੇ ਮੁਫਤ ਦੀ ਮਿਲ ਜੇ, ਉਸ ਇਨਸਾਨ ਨੂੰ ਉਸ ਚੀਜ਼ ਦੀ ਕਦਰ ਨਹੀਂ ਹੁੰਦੀ। ਇਹੀ ਸਾਨੂੰ ਦੇਖਣ ਨੂੰ ਮਿਲਿਆ ਗਵਰਨਮੈਂਟ ਦੀ ਡਿਸਪੈਂਸਰੀ ਦੇ ਵੀ ਇੱਕ ਇਲੈਕਟ੍ਰਿਸਿਟੀ ਕੰਜ਼ੰਪਸ਼ਨ ਹੋ ਰਹੀ ਹੈ, ਪਰ ਜਿੱਥੇ ਅਸੀਂ ਆਮ ਲੋਕਾਂ ਦੀ ਗੱਲ ਕਰੀਏ ਤੇ ਉੱਥੇ ਉਹਨਾਂ ਨੂੰ ਬਿਜਲੀ ਦੇ ਬਹੁਤ ਵੱਡੇ ਬਿੱਲ ਆ ਰਹੇ। ਇੱਕ ਪਾਸੇ ਕਰੋਨਾ ਕਰਕੇ ਕੰਮ ਧੰਦੇ ਸਭ ਦੇ ਬੰਦ ਹੈ, ਰਿਸੈਸ਼ਨ ਆਈ ਹੋਈ ਹੈ, ਉੱਪਰੋਂ ਬਿਜਲੀ ਦਰਾਂ ਦੇ ਰੇਟ ਜਿਹੜੇ ਵਧਾ ਦਿੱਤੇ ਗਏ ਹੈ ਤੇ ਆਮ ਜਨਤਾ ਦੀ ਪਾਕਟ ਦੇ ਉੱਪਰ ਬਹੁਤ ਭਾਰੀ ਪੈ ਰਹੀ ਹੈ। ਜੰਡਿਆਲੀ ਤੋਂ ਆਰਕੇ ਦੀ ਰਿਪੋਰਟ, ਵੈਲੋਸਿਟੀ ਨਿਊਜ਼ ਲੁਧਿਆਣਾ।